ਬੀਤੇ ਦਿਨ ਲੁਧਿਆਣਾ ਦੇ ਵਿੱਚ ਪੁਲਿਸ ਕਾਂਸਟੇਬਲ ਦੇ ਵੱਲੋਂ ਆਪਣੀ AK-47 ਦੇ ਨਾਲ ਆਪਣੀ ਲਿਵ-ਇਨ ਦੇ ਵਿੱਚ ਰਹਿੰਦੀ ਪਾਰਟਨਰ ਪ੍ਰੇਮਿਕਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਲੁਧਿਆਣਾ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਇਹ ਸਾਰੀ ਵਾਰਦਾਤ ਘਟੀ ਸੀ, ਪਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਇਹ ਜਾਣ ਕੇ ਸਾਰੇ ਹੈਰਾਨ ਰਹਿ ਜਾਣਗੇ। ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਘਰ ਦੇ ਵਿੱਚ ਕੌਣ-ਕੌਣ ਰਹਿ ਰਿਹਾ ਹੈ, ਕਿਉਂਕਿ ਮਕਾਨ ਮਾਲਕ ਤੱਕ ਨੂੰ ਫਰਜ਼ੀ ਕਾਗਜ਼ਾਤ ਦਿੱਤੇ ਹੋਏ ਸੀ। पर जिस समय इस घर दे विच सारी वारदात वापरी उस समय निधि दा उस औरत दा जिसनूं कि मार दिता गया 11 साल दा बेटा भी इसे घर दे विच मौजूद सी। उसदे वल्लों एक गल खुल के दसी गई अते दस्सिया गया कि 23 मार्च नूं यानी कि 2 दिन बाद ही उन्हें अपनी माता दे नाल दिल्ली चले जाना सी, पर उस तो पहलां ही सिमरनजीत सिंह ने उसदी मां दा कतल कर दिता। दस दियां कि बच्चे दे वल्लों दस्सिया गया कि कांस्टेबल सिमरनजीत सिंह जिसनूं ओह चाचू कहंदा सी, वारदात नूं अंजाम देण तो बाद जदों कई सवाल खुले तां उस दे विच इह जवाब भी मिलिया कि उसने निधि दे उपर काफ़ी ज़्यादा बंदिशां लगाईयां होईयां सी। कांस्टेबल सिमरनजीत दे वल्लों अपनी प्रेमिका निधि ते शक कीता जांदा सी। सिमरनजीत ने घर के बैडरूम तक भी कैमरे लगाए हुए सन। बच्चों नूं साउथ अफ्रीका दे विच रहिंदे उसके पापा दे नाल ओह गलबात नहीं करन दिंदा सी। घर दे विच रहिंदे उहने अपने नाल बच्चों नूं रखिया होया सी अते बाहर भी जदों ओह जांदे सी तां मोबाइल ते कैमरिਆਂ ਦੇ माध्यम दे नाल होना ते निगाह बना के रखदा सी। 11 साल दे वीर कंवल ने दस्सिया कि वारदात भी काफ़ी हैरान करन देण वाली सी। निधि के पुत्र वीर कंवल ने दस्सिया कि चाचू शाम नूं 6:30 बजे घर आए। मैं अते मेरी भैन पढ़ाई कर रहे सी। मां ने 23 मार्च नूं साडे नाल दिल्ली जाना सी, पर चाचू मां दे नाल झगड़ा करन लग्या। ਉਹ ਇੱਕ ਦੂਸਰੇ ਨੂੰ ਬਾਰ-ਬਾਰ ਗਾਲੀਆਂ ਦੇ ਰਹੇ ਸੀ। ਚਾਚੂ ਨੇ ਮਾਰ ਦੇਣ ਦੀ ਧਮਕੀ ਤੱਕ ਦਿੱਤੀ ਅਤੇ ਉਸ ਤੋਂ ਬਾਅਦ ਆਪਣੀ ਬੰਦੂਕ ਵੀ ਕੱਢ ਲਈ ਸੀ, ਪਰ ਮੰਮੀ ਨੇ ਉਸੇ ਸਮੇਂ ਘਰ ਦੇ ਉੱਪਰ ਬਣੀ ਜਗ੍ਹਾ ਤੇ ਮੈਨੂੰ ਭੇਜ ਦਿੱਤਾ। ਮੈਨੂੰ ਅਤੇ ਮੇਰੀ ਭੈਣ ਨੂੰ ਉੱਥੋਂ ਜਾਣ ਲਈ ਕਿਹਾ, ਪਰ ਮੇਰੀ ਭੈਣ ਕਮਰੇ ਦੇ ਵਿੱਚ ਹੀ ਬੈਠੀ ਰਹੀ ਅਤੇ ਉੱਥੇ ਹੀ ਖੇਡਦੀ ਰਹੀ। ਮੈਂ ਉਸ ਤੋਂ ਬਾਅਦ ਪਟਾਕੇ ਚੱਲਣ ਦੀ ਆਵਾਜ਼ ਸੁਣੀ ਅਤੇ ਜਦੋਂ ਨੀਚੇ ਆ ਕੇ ਦੇਖਿਆ ਤਾਂ ਮੰਮੀ ਦੇ ਸਰੀਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਜੀ ਦੋਨਾਂ ਦੀ ਆਪਸ ਦੇ ਵਿੱਚ ਮੀਆਂ ਬੀਬੀ ਦੀ ਲੜਾਈ ਹੋਈ ਹੈ, ਜਿਹਦੇ ਵਿੱਚ ਕਹਾਸੁਣੀ ਦੇ ਵਿੱਚ ਇੱਕ ਸਿਮਰਨਜੀਤ ਸਿੰਘ ਨੇ ਜਿਹੜਾ ਉਹਨਾਂ ਦਾ ਘਰ ਵਾਲਾ ਕਹਿ ਰਹੇ ਉਹਨਾਂ ਨੇ ਗੋਲੀ ਚਲਾਤੀ। ਗੋਲੀ ਉਹਨਾਂ ਦੀ ਵਾਈਫ ਦੇ ਨਿਧੀ ਜਿਹਦਾ ਨਾਂ ਸੀ ਉਹਦੇ ਲੱਗੀ ਹੈ, ਜਿਹਦੀ ਮੌਕੇ ਤੇ ਡੈਥ ਹੋ ਗਈ। ਇਹ ਕਿਹੜੀ ਜਗ੍ਹਾ ਹੈ ਭਾਜੀ? ਇਹ ਜੋਸ਼ੀ ਨਗਰ ਆਰੇ ਵਾਲੀ ਗਲੀ 'ਚ। ਆਰੇ ਵਾਲੀ ਗਲੀ ਕਿੰਨੀ? ਇਹ 1.5 ਸਾਲ ਤੋਂ ਸਾਡੇ ਕਿਰਾਏ ਤੇ ਰਹਿ ਰਹੇ ਨੇ। ਕਿਰਾਏ ਤੇ ਰਹਿ ਰਹੇ? ਹਾਂਜੀ ਹਾਂਜੀ। ਤੇ ਇਹ ਮੁਲਾਜ਼ਮ ਸੀ ਭਾਜੀ? ਇਹ ਮੁਲਾਜ਼ਮ ਸੀ ਬਸੰਤ ਆਈਸਕ੍ਰੀਮ ਦੇ ਵਿੱਚ ਆਪਣਾ ਸਿਕਿਉਰਿਟੀ ਦੇ ਜਾਂ ਕਹਿ ਲਓ ਬਾਡੀਗਾਰਡ ਵਗੈਰਾ ਜੋ ਇਹਨਾਂ ਦੇ ਹੋਏਗਾ। ਕੋਈ ਪੁਲਿਸ ਮੁਲਾਜ਼ਮ ਸੀ? ਸਿਕਿਉਰਿਟੀ ਗਾਰਡ ਸੀ? ਸਿਕਿਉਰਿਟੀ ਮਤਲਬ ਪੁਲਿਸ ਮੁਲਾਜ਼ਮ ਹੈ। ਇਹਨਾਂ ਦਾ ਵਗੈਰਾ ਆਈਡੀ ਵਗੈਰਾ ਸਾਡੇ ਕੋਲ ਪਈ ਹੈ, ਜੋ ਵੀ ਇਹਨਾਂ ਦਾ ਆਈਡੀ ਪ੍ਰੂਫ ਵਗੈਰਾ ਹੋਏਗਾ ਸਾਡੇ ਕੋਲ ਭੇਜ ਦਿਓ। ਤੇ ਸਰ ਕਿੰਨੇ ਵਜੇ ਦਾ ਵਾਕਿਆ ਹੈ? ਇਹ ਨੀਅਰ ਅਬਾਊਟ 7 ਵਜੇ ਦੇ ਨੇੜੇ ਤੇੜੀ ਦੀ ਗੱਲ ਹੈ। ਸਰ ਜਦੋਂ ਇਹ ਵਾਕਿਆ ਪੁਲਿਸ ਮੌਕੇ ਤੇ ਪਹੁੰਚ ਗਈ ਸੀ? ਤਕਰੀਬਨ 10-15 ਮਿੰਟ ਤੱਕ ਆ ਹੀ ਗਈ ਸੀ। ਤੇ ਹੁਣ ਡੈਡ ਬੋਡੀ ਅੰਦਰ ਹੈ ਕਿ ਡੈਡ ਬੋਡੀ ਐਂਬੂਲੈਂਸ ਵਗੈਰਾ 'ਚ ਭੇਜ ਰਹੇ ਆ, ਸਿਵਲ ਵਗੈਰਾ 'ਚ। ਤੇ ਸਿਮਰਨਜੀਤ ਸਿੰਘ ਨੂੰ ਆਪਾਂ DMC ਭੇਜ ਦਿੱਤਾ, ਜਿਹੜਾ ਕਿ ਉੱਥੇ ਸਟੇਬਲ ਦੱਸਿਆ ਜਾ ਰਿਹਾ ਹੈ। ਤੁਹਾਡੇ ਕਿਰਾਏਦਾਰ ਸੀ? हाँ जी मेरे किराएदार आउट ऑफ कंट्री हैं वो। कितने साल से यहाँ पे रह रहे हैं? जैसे बॉलीवुड का 2 साल से आप मालूम नहीं है, कुछ नहीं मालूम है, बहुत कम चाल बोलता हूँ। उनका बेटा लेडीज़ का निधि, तो आपको कैसे निधि आपको कैसे पता लगा कि उनके फादर रहते हैं फरीदाबाद में। उन्होंने फ़ोन करके बताया कि ऐसे ऐसे कुछ सीरियस है, फटाफट पहुँचो आप। आपके क्या लगते हैं कि आपकी क्या लगते हैं सर? मेरे मामा जी की बेटी है वो। मतलब आपकी सिस्टर है? हाँ जी। ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਜੀ? ਅੱਧਾ ਘੰਟਾ ਹੋਇਆ, ਅਸੀਂ ਸ਼ਿਮਲਾਪੁਰੀ ਰਹਿੰਦੇ ਹਾਂ, ਉੱਥੋਂ ਆਏ ਹਾਂ ਜਸਟ। ਨਹੀਂ ਲੇਕਿਨ ਇਸ ਸ਼ਖਸ ਦੇ ਨਾਲ ਰਹਿ ਰਹੇ ਕੌਣ ਨੇ? ਇਹ ਸ਼ਖਸ ਦੇ ਨਾਲ ਰਹਿ ਰਹੇ ਕੁਝ ਪਤਾ ਨਹੀਂ ਹੈਗਾ ਕਿੱਦਾਂ ਕੀ ਹੈ, ਕਿਉਂਕਿ ਬਹੁਤ ਘੱਟ ਬੋਲ ਚਾਲ ਸੀਗੀ। ਉਹ ਮਾਮਾ ਜੀ ਚਲੇ ਗਏ ਸੀ ਉੱਧਰ, ਇਹ ਉਹ ਇੱਧਰ ਰਹਿ ਰਹੇ ਸੀਗੇ। ਕਿੰਨੇ ਸਮੇਂ ਤੋਂ ਕਿਰਾਏ ਤੇ ਰਹਿ ਰਹੇ ਸੀ ਇੱਥੇ? ਕੁਝ ਪਤਾ ਨਹੀਂ ਹੈ ਕਿੰਨਾ ਸਾਲ ਤੋਂ ਕੀ ਹੈ, ਪਰ ਸਾਲ ਤੇ ਉੱਪਰ ਹੋ ਹੀ ਗਿਆ। ਸਾਲ ਤੋਂ ਜਿਹੜੀ ਬੱਚਿਆਂ ਨਾਲ ਵੀ ਗੱਲਬਾਤ ਹੋਈ ਸੀ? ਬੱਚਿਆਂ ਨਾਲ ਵੀ ਬਾਤ ਹੋਈ? ਬੱਚਾ ਹਾਂ, ਕਿਸੇ ਦੀ ਉਹਨਾਂ ਦੇ ਬੇਟੇ ਦਾ ਫੋਨ ਆਇਆ, ਕਿਸੇ ਨੇ ਫੋਨ ਕਰਵਾਇਆ कि इधर दा मम्मा की डेथ हो गई है, फटाफट आ जाओ। कहा जा रहा है कि गनमैन थे राजेंद्र बसंत के या बसंत विशाल जी तो साल डेढ़ साल पता लगा कौन है क्या है? नहीं कुछ इतना नहीं पता कौन है, कोई किधर नाल रह रहे थे की है, कुछ अजे पता नहीं है जी। लेकिन बच्चे को पता लग गया कि ਜਿਹੜੇ ਬੱਚੇ बच्चा बहुत छोटा है, एक मेरे ख्याल से अजे 4th 5th पढ़ता है, गुड़िया बहुत छोटी है, अजे 2 साल की है। लेकिन फिर ਇਹ ਗੱਲ ਕੀਤੀ ਤੁਹਾਨੂੰ ਜਦੋਂ ਪਤਾ ਲੱਗਿਆ ਤੁਸੀਂ ਨਾਲੇ ਆਏ ਹੋ, ਮੌਕੇ ਤੇ ਆਏ, ਤੁਸੀਂ ਕੀ ਦੇਖਿਆ, ਹਾਲਾਤ ਕੀ ਸੀਗੇ? नहीं हजे तक कुछ इदा अंदर जाने नहीं दे रहे कुछ हजे, क्योंकि इन्वेस्टिगेशन चल रही है। तो ਅਸੀਂ ਆਪਾਂ ਵੀ ਬਾਹਰ ਹੀ ਖੜੇ ਹਾਂ ਤੁਹਾਡੇ ਨਾਲ। लेकिन वो महिला कौन सी? कुछ पहचान हो पाई? वो महिला कौन सी? जो मेरी सिस्टर है, मामा जी की बेटी है। ਤੇ ਉਹ
ਸ਼ਖਸ ਦਾ ਕੀ ਤਾਲੁਕਾਤ ਸੀਗੇ ਜਿਹੜੇ ਸ਼ਖਸ ਇੱਥੇ ਰਹਿੰਦੇ ਨੇ? ਪਤਾ ਨਹੀਂ ਹੁਣ ਮੈਂ ਉਹਨਾਂ ਨੂੰ ਕੀ ਹੈ ਨਾਲ ਫਰੈਂਡ ਹੈ ਕੀ ਆਈ ਡੋਂਟ ਨੋ ਕੀ ਹੈ, ਉਹ ਜਾ ਕੇ ਹੁਣ ਪਤਾ ਲੱਗੇਗਾ ਕੀ ਹੈ। ਮੈਨੂੰ ਤਾਂ ਆਪ ਨਹੀਂ ਪਤਾ, ਮਾਮਾ ਜੀ ਨੇ ਕਿਹਾ ਇੱਦਾਂ ਦਾ ਜਾਓ ਉੱਥੇ ਜਾ ਕੇ ਪਤਾ ਕਰੋ ਕੀ ਹੈ। ਉਹ ਪੁਲਿਸ ਮੁਲਾਜ਼ਮ ਸੀ ਜਾਂ ਕੋਈ ਹੋਮਗਾਰਡ ਸੀ? ਹਾਂ ਇੱਦਾਂ ਕੁਝ ਸੁਣਨ ਚ ਆਇਆ ਕਿ ਹਾਂ ਪੁਲਿਸ ਦੇ ਮੁਲਾਜ਼ਮ ਸੀ। ਪੁਲਿਸ ਦੇ ਮੁਲਾਜ਼ਮ ਸੀ। ਆਖਿਰ ਚੱਲੀ ਗੋਲੀ ਕਿਸ ਵਜ੍ਹਾ ਨਾਲ? ਉਹਨਾਂ ਦਾ ਬੇਟਾ ਸੀ? ਕੁਝ ਪਤਾ ਨਹੀਂ, ਉਹ ਬੱਚੇ ਹੀ ਦੱਸ ਪਾਣਗੇ। ਬੱਚਾ ਬਹੁਤ ਛੋਟੇ ਨੇ, ਇੱਕ ਤਾਂ 4th 'ਚ ਹੈ, ਗੁੜੀਆ 2 ਸਾਲ ਦੀ ਹੈ, ਉਹ ਤਾਂ ਬਹੁਤ ਛੋਟੀ ਹੈ। 1.5 ਸਾਲ ਤੋਂ ਜਦੋਂ ਰਹਿ ਰਹੇ ਸੀਗੇ ਤੇ 1.5 ਸਾਲ ਤੋਂ ਜਦੋਂ ਇੱਥੇ ਤੁਹਾਡੇ ਕਹਿਣ ਦੇ ਮੁਤਾਬਿਕ ਰਹਿ ਰਹੇ ਸੀਗੇ ਤੇ 1.5 ਸਾਲ ਤੋਂ ਬੱਚੇ ਵੀ ਨਾਲ ਸੀਗੇ? ਮੈਂ ਅਸੀਂ ਮੈਨੂੰ ਸਾਨੂੰ ਤਾਂ ਪਤਾ ਹੀ ਨਹੀਂ ਆ ਰੈਜ਼ੀਡੈਂਸ, ਅਸੀਂ ਤਾਂ ਫਸਟ ਟਾਈਮ ਆਏ ਹਾਂ। ਜੀ ਹਰਪ੍ਰੀਤ ਸਿੰਘ ਬੰਟੀ ਹੈ। ਜਿੱਦਾਂ ਇਹ ਹਾਦਸਾ ਹੋਇਆ ਕਿੰਨੇ ਵਜੇ ਦਾ ਹਾਦਸਾ ਹੋਇਆ? ਇਹ 1.5 ਘੰਟੇ ਪਹਿਲਾਂ ਦੀ ਗੱਲ ਹੈ ਜੀ। ਹਾਂਜੀ ਸਰ ਇਹ ਕੌਣ ਸੀ ਮੁਲਾਜ਼ਮ ਜਿਹਨੇ ਗੋਲੀ ਚਲਾਈ ਹੈ? ਇਹ ਜੀ ਇੱਥੋਂ 1.5 ਸਾਲ ਤੋਂ ਰੈਂਟ ਤੇ ਰਹਿ ਰਹੇ ਆ। ਸਾਨੂੰ ਨਹੀਂ ਪਤਾ ਸੀ ਉਹਨਾਂ ਦੇ ਹਸਬੈਂਡ ਆ ਕੀ ਲੱਗਦੇ, ਸਾਨੂੰ ਨਹੀਂ ਪਤਾ। ਸਾਨੂੰ ਅੱਜ ਹੀ ਬੱਚੇ ਤੋਂ ਪਤਾ ਲੱਗਿਆ ਵਾ, ਉਹ ਕਹਿ ਰਹੇ ਆ ਕਿ ਮੇਰੇ ਪਾਪਾ ਨਹੀਂ ਹੈਗੇ, ਮੇਰੇ ਪਾਪਾ ਸਾਊਥ ਅਫਰੀਕਾ ਰਹਿ ਰਹੇ ਆ। ਤੇ ਮੁਲਾਜ਼ਮ ਦੇ ਵੀ ਗੋਲੀ ਲੱਗੀ ਆ, ਉਹ ਡੀਐਮਸੀ ਉਹਨੂੰ ਐਡਮਿਟ ਕਰਾਤਾ, ਉਹਨਾਂ ਦਾ ਇਲਾਜ ਚੱਲ ਰਿਹਾ ਵਾ। ਤੇ ਲੇਡੀਜ਼ ਦੀ ਸ਼ਾਇਦ ਮੌਕੇ ਤੇ ਡੈਥ ਹੋ ਚੁੱਕੀ ਹੈ। ਨਜਾਇਜ਼ ਬੰਦੇ ਹੋ ਸਕਦੇ ਆ? ਇਹ ਨਹੀਂ, ਇਹਦੇ ਬਾਰੇ ਅਸੀਂ ਕੁਝ ਨਹੀਂ ਪਤਾ, ਇਹਦੇ ਬਾਰੇ ਕੁਝ ਨਹੀਂ ਕਹਿ ਸਾਡੇ ਸਕਦੇ। ਪਾਪਾ ਨਹੀਂ ਹੈ। ਹਾਂ ਪਰ ਲੈ ਤਾਂ ਇਕੱਠੇ ਹੀ ਰਹੇ ਇਹ ਰੋਜ਼ ਇੱਥੇ ਇਕੱਠੇ ਹੀ ਰਹਿ ਰਹੇ ਆ ਜੀ ਇਹ। ਸਾਲਾ ਇੱਥੇ ਹੀ ਰਹਿੰਦਾ ਹਾਂਜੀ ਇੱਥੇ ਹੀ ਸਵੇਰ ਤੋਂ ਲੈ ਕੇ ਸ਼ਾਮ ਇੱਥੇ ਰਹਿੰਦੇ ਸੀ ਸਾਰੇ ਫੈਮਿਲੀ ਡਿਊਟੀ ਤੇ ਇੱਥੋਂ ਹੀ ਜਾਂਦੇ ਸੀ, ਇੱਥੇ ਹੀ ਆਉਂਦੇ ਸੀ। ਲੇਕਿਨ ਸਾਨੂੰ ਇਹੀ ਪਤਾ ਸੀਗਾ ਜੀ ਸਾਡੇ ਹਸਬੈਂਡ ਵਾਈਫ ਸਾਡੇ ਵੱਲੋਂ ਤਾਂ ਆਈ ਸੀਗੀ ਸਾਰੇ ਇਕੱਠੇ ਫੈਮਿਲੀ ਆਏ ਸਾਡੇ ਵੱਲੋਂ। ਤਾਂ ਸਾਨੂੰ ਅੱਜ ਇਹ ਚੀਜ਼ ਪਤਾ ਲੱਗਦੀ ਪਈ ਹੈ ਜੀ। ਕਿੰਨੇ ਫਾਇਰ ਹੋਏ ਨੇ ਜੀ? ਮੁਲਾਜ਼ਮ ਸੀ ਦੋਵੇਂ? ਨਹੀਂ ਦੋਨੇ ਮੁਲਾਜ਼ਮ ਸੀ। ਉਹ ਜਿਹੜਾ ਜੈਂਟ ਸੀ ਮੇਲ ਸੀ ਉਹ ਮੁਲਾਜ਼ਮ ਸੀ, ਲੇਡੀਜ਼ ਤਾਂ ਹਾਊਸ ਵਾਈਫ ਸੀ। ਅਸੀਂ ਤਾਂ ਆਪਣੇ ਘਰ ਬੈਠੇ, ਸਾਨੂੰ ਪਟਾਕੇ ਚੱਲਣ ਦੀ ਆਵਾਜ਼ ਆਈ। ਇਸ ਚੀਜ਼ ਬਾਰੇ ਨਹੀਂ ਸਾਨੂੰ ਪਤਾ। ਇੰਨਾ ਨਹੀਂ ਪਤਾ ਸਰ ਕਿੰਨੇ ਫਾਇਰ ਹੋਏ, ਆਵਾਜ਼ ਆਈ ਹੈ ਤਾਂ ਕਾਫੀ ਦੋ ਤਿੰਨ ਵਾਰ ਆਵਾਜ਼ ਆਈ ਤੜ 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 ਦੀ। ਲੇਡੀਜ਼ ਨੂੰ ਦੇਖਿਆ ਉਹਦੇ ਕਿੱਥੇ ਕਿੱਥੇ ਗੋਲੀਆਂ ਲੱਗੀਆਂ? ਨਹੀਂ ਲੇਡੀਜ਼ ਤਾਂ ਇੱਕਦਮ ਉਲਟੀ ਪਈ ਸੀਗੀ, ਉਹਦੇ ਬਲੱਡ ਨਿਕਲ ਰਿਹਾ ਸੀ। ਹਾਂਜੀ ਇਸ ਚੀਜ਼ ਬਾਰੇ ਨਹੀਂ ਪਤਾ ਲੱਗਿਆ। ਗੋਲੀਆਂ ਲੱਗੀਆਂ ਸੀ? ਇਹਨਾਂ ਦੇ ਇਹਨਾਂ ਦੇ ਪੇਟ ਪੇਟ 'ਚ ਲੱਗੀ। ਉਹ ਡਾਕਟਰ ਕਹਿੰਦੇ 2 ਗੋਲੀਆਂ ਲੱਗੀਆਂ ਹੋਈਆਂ ਨੇ। 2 ਗੋਲੀਆਂ ਹਾਂਜੀ ਲੱਗੀਆਂ। ਹਾਂਜੀ। ਤੁਸੀਂ ਜਾਣਦੇ ਹੋ ਉਹਦੇ ਨਾਲ ਗੱਲ ਕੀਤੀ, ਉਹਨੇ ਕੀ ਕਿਹਾ? ਕੋਈ ਗੱਲਬਾਤ? ਉਹ ਕੁਝ ਨਹੀਂ ਬੋਲ ਰਹੀ, ਬਸ ਕਹਿੰਦੇ ਮੈਨੂੰ ਲੈ ਚੱਲੋ ਹਸਪੀਟਲ, ਲੈ ਚੱਲੋ ਮੇਰੇ ਦਰਦ ਹੋ ਰਹੀ, ਏਦਾਂ ਹੀ ਕਹਿ ਰਹੇ ਸੀਗੇ ਕਿਹੜਾ ਬਸ। ਮਹੱਲਾ ਪੈਂਦਾ ਇਹ? ਇਹ ਜੀ ਇੰਦਰਪ੍ਰਸਥ ਨਗਰ ਆ। ਵਾਰਡ ਨੰਬਰ 81 ਆਰੇ ਵਾਲੀ ਗਲੀ। ਹਾਂਜੀ ਭਾਜੀ सर क्या मामला हुआ, क्या बात होती है? ਚੱਕੀ ਲੋਗੋ ਜਗਦੇ ਉੱਪਰ ਅਭਿਸ਼ੇਕ ਥੋੜਾ ਥੱਲੇ ਕਰ ਯਾਰ। ਘਰੇਲੂ ਕੋਈ ਇਹਨਾਂ ਦੀ ਆਪਣੀ ਗੱਲਬਾਤ ਹੋਈ ਹੈ, ਉਹਦੇ ਭਾਜੀ ਚੱਲਦੇ ਲੋਗੋ ਚੱਕੀ ਉੱਪਰ ਯਾਰ। ਇਹਨਾਂ ਦੇ ਜਿਹੜੇ ਨਾਲ ਹਸਬੰਡ ਸੀ ਇਹਨਾਂ ਨੇ ਗੋਲੀ ਚਲਾਈ। ਸਾਡੇ ਯਾਰ ਤੇ ਫਰੇਮ ਖਰਾਬ ਕਰ ਜਿਹੜੀ ਕਿ ਉਹਨਾਂ ਦੇ ਘਰਦਿਆਂ ਦੇ ਇੱਕ ਮਿੰਟ ਯਾਰ ਮੈਂ ਕੋਈ ਨਹੀਂ ਉਹਨਾਂ ਨੇ ਕਰ ਲੈਂਦੇ ਦੁਬਾਰਾ ਕਰ ਲੈਂਦੇ। ਕੌਣ ਸੀਗੇ, ਕੀ ਕੰਮ ਕਰਦੇ ਸੀ, ਪਤਾ ਲੱਗਿਆ ਕੁਝ? ਇਹ ਆਪਣਾ ਬਸੰਤ ਆਈਸਕ੍ਰੀਮ ਵਾਲਿਆਂ ਦੇ ਜੀ ਉਹ ਕੋਈ ਸਿਕਿਉਰਿਟੀ ਗਾਰਡ ਵਗੈਰਾ ਜਿਸ ਨਾਲ ਪੁਲਿਸ ਮੁਲਾਜ਼ਮ ਵੀ ਸੀ। ਅੱਛਾ ਗਨਮੈਨ ਨੇ ਉਹਨਾਂ ਦਾ ਪਤਾ ਹਾਂਜੀ। ਤੇ ਕਿੰਨੇ ਚਿਰ ਤੋਂ ਉਰੇ ਰਹਿ ਰਹੇ ਸੀਗੇ ਜੀ? 1.5 ਸਾਲ ਹੋ ਗਏ। 1.5 ਸਾਲ ਹੋ ਗਏ। ਫਿਰ ਲੋਕੋ ਥੱਲੇ ਕਰ ਲਓ ਯਾਰ। ਤੇ ਪਤਾ ਲੱਗਿਆ ਆਪਣਾ ਇੱਕ ਨਾਲੇ ਬੱਚੇ ਕਹਿ ਰਹੇ ਨੇ ਇਹ ਫਾਦਰ ਨਹੀਂ ਉਹਨਾਂ ਦੇ ਹੈਗੇ, ਚਾਚਾ ਨੇ ਨਹੀਂ ਦੇਖੋ ਜੀ, ਜਦੋਂ ਸਾਡੇ ਕੋਲ ਆਏ ਸੀਗੇ ਅਸੀਂ ਰੈਂਡੇਟ ਵਗੈਰਾ ਲਗਾਈ ਹੈ, ਆਈਡੀ ਪ੍ਰੂਫ ਲਏ ਹੋਏ ਇਹਨਾਂ ਤੁਸੀਂ ਓਨਰ ਹੋ? ਹਾਂਜੀ ਇਹਨਾਂ ਨੇ ਮੇਰੇ ਲੋਕੋ ਥੱਲੇ ਕਰ ਲਓ। 1.5 ਸਾਲ ਹੋਇਆ। 1.5 ਸਾਲ ਹੋਇਆ। ਠੀਕ ਹੈ। ਤੇ ਇਹਨਾਂ ਨੇ ਆਪਣਾ ਇਹੀ ਦੱਸਿਆ ਸੀਗਾ ਮੀਆਂ ਬੀਬੀ ਹੈਗੇ ਆ ਅਸੀਂ, 2 ਬੱਚੇ ਆ, ਬੱਚੇ ਵੀ ਛੋਟੇ ਸੀਗੇ। ਇਹਨਾਂ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਤੁਸੀਂ ਕੋਈ ਸਕਦਾ। ਵੈਰੀਫਿਕੇਸ਼ਨ ਕਰਵਾਈ ਨਹੀਂ, ਅਸੀਂ ਆਪਣਾ ਇਹਨਾਂ ਦੇ ਆਈਡੀ ਪ੍ਰੂਫ ਵਗੈਰਾ ਸਾਰੇ ਲਿੱਤੇ ਹੋਏ ਆ ਅੱਛਾ ਜੀ। ਜੋ ਵੀ ਫਾਰਮੈਲਿਟੀ ਇਹਨਾਂ ਦਾ ਆਪਣਾ। ਉਸ ਕਮਰੇ ਦੇ ਵਿੱਚ ਮੌਜੂਦ 2 ਸਾਲ ਦੀ ਬੇਟੀ ਨੂੰ ਇਹ ਪਤਾ ਤੱਕ ਨਹੀਂ ਕਿ ਉਸ ਦੀ ਮਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਵਾਰਦਾਤ ਤੋਂ ਕੁਝ ਸਮੇਂ ਬਾਅਦ ਹੀ 11 ਸਾਲ ਦੇ ਪੁੱਤਰ ਵੀਰ ਕਮਲ ਦੇ ਵੱਲੋਂ ਦੱਸਿਆ ਗਿਆ ਕਿ 2 ਸਾਲ ਦੀ ਬੱਚੀ ਜਿਸ ਦਾ ਨਾਮ ਜਸਕਿਰਤ ਕੌਰ ਹੈ ਉਹ ਕਮਰੇ ਦੇ ਵਿੱਚ ਮੌਜੂਦ ਸੀ। ਉਸ ਦੀ ਅੱਖਾਂ ਦੇ ਸਾਹਮਣੇ ਸਭ ਹੋਇਆ, ਪਰ ਇਸ ਵਾਰਦਾਤ ਦੇ ਵਿੱਚ ਉਹਨਾਂ ਦੋਨਾਂ ਮਾਸੂਮਾਂ ਦੇ ਸਾਹਮਣੇ ਇਹ ਸਭ ਕੁਝ ਘਟਨਾ ਵਾਪਰੀ ਅਤੇ ਵੀਰ ਕਮਲ ਨੇ ਬਾਹਰ ਆ ਕੇ ਸਾਰੇ ਲੋਕਾਂ ਨੂੰ ਦੱਸਿਆ ਕਿ ਚਾਚੂ ਨੇ ਉਸ ਦੀ ਮਾਂ ਨੂੰ ਗੋਲੀ ਮਾਰ ਦਿੱਤੀ ਹੈ। ਉਹ ਮਕਾਨ ਮਾਲਕ ਨੂੰ ਪਤੀ ਪਤਨੀ ਦੱਸ ਕੇ ਇੱਕੋ ਘਰ ਦੇ ਵਿੱਚ ਰਹਿ ਰਹੇ ਸੀ। ਪੁਲਿਸ ਰਿਕਾਰਡ ਦੇ ਅਨੁਸਾਰ ਉਹ ਪੁਲਿਸ ਲਾਈਨ ਦੇ ਵਿੱਚ ਤੈਨਾਤ ਸੀ ਅਤੇ ਸ਼ਹਿਰ ਦੇ ਇੱਕ ਕਾਂਗਰਸੀ ਨੇਤਾ ਦੇ ਮੁੰਡੇ ਦੀ ਸੁਰੱਖਿਆ ਕਰਮੀ ਦੇ ਵਜੋਂ ਕੰਮ ਕਰ ਰਿਹਾ ਸੀ। ਜਿਸ ਸਮੇਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਤਹਿਕੀਕਾਤ ਵੀ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ। ਸਵਾਲ ਉਠਾਏ ਗਏ ਕਿ ਆਖਿਰਕਾਰ ਨਿਧੀ ਅਤੇ ਉਸਦੇ ਬੱਚੇ ਸਿਮਰਨਜੀਤ ਦੇ ਕੀ ਲੱਗਦੇ ਨੇ। ਮਕਾਨ ਮਾਲਕ ਦੇ ਵੱਲੋਂ ਇਹੀ ਕਿਹਾ ਗਿਆ ਕਿ ਇਹ ਪਤੀ ਪਤਨੀ ਬਣ ਕੇ ਰਹਿ ਰਹੇ ਸੀ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਸ਼ਾਇਦ ਹੁਣ ਨਿਧੀ ਉਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ, ਸਿਮਰਨ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ, ਜਿਸ ਦੇ ਚਲਦੇ ਉਹ ਆਪਣੀ ਮਾਂ ਦੇ ਕੋਲ ਵਾਪਸ ਜਾ ਰਹੀ ਸੀ। ਪਰ ਇਸੇ ਗੱਲ ਤੋਂ ਬਾਅਦ ਉਹਨਾਂ ਦੇ ਵਿੱਚ ਝਗੜਾ ਹੁੰਦਾ ਹੈ, ਜਿਸ ਤਰ੍ਹਾਂ ਦੇ ਨਾਲ ਵੀਰ ਕਵਲ ਨਿਧੀ ਦੇ ਪੁੱਤਰ ਦੇ ਵੱਲੋਂ ਦੱਸਿਆ ਗਿਆ ਕਿ 23 ਮਾਰਚ ਨੂੰ ਉਹਨਾਂ ਨੇ ਦਿੱਲੀ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਸਿਮਰਨਜੀਤ ਦੇ ਨਾਲ ਬੀਤੀ ਰਾਤ ਅਜਿਹਾ ਖਤਰਨਾਕ ਲੜਾਈ ਝਗੜਾ ਹੋਇਆ, ਜਿਸ ਤੋਂ ਬਾਅਦ ਕਾਂਸਟੇਬਲ ਸਿਮਰਨਜੀਤ ਨੇ ਨਿਧੀ ਦੀ ਗੋਲੀਆਂ ਮਾਰ ਹੱਤਿਆ ਕਰ ਦਿੱਤੀ।